ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ ਅਤੇ ਨਾਲ ਹੀ ਟੀਵੀ 84 ਦੇ ਸਾਰੇ ਦਰਸ਼ਕਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ। ਤੇ ਇਸੇ ਵਿਸ਼ੇ ਨੂੰ ਮੁੱਖ ਰੱਖਦੇ ਹੋਏ ਅਸੀਂ ਡਾਕਟਰ ਅਮਰਜੀਤ ਸਿੰਘ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਮੇਰੇ ਨਾਲ ਸਟੂਡੀਓ ਵਿੱਚ ਬੈਠੇ ਹੋਏ ਨੇ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 1 ਸਤੰਬਰ 2016, 17 ਭਾਦੋ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈਗਾ, ਉਸ ਬਾਰੇ। ਦੇਖੋ, ਅਸੀਂ ਵੀ ਸਮੂਹ ਦੇਸ਼ ਵਿਦੇਸ਼ 'ਚ ਬੈਠੇ ਟੀਵੀ 84 ਦੇ ਦਰਸ਼ਕਾਂ ਨੂੰ ਰੇਡੀਓ ਪ੍ਰੋਗਰਾਮਾਂ ਰਾਹੀਂ ਸੁਣ ਰਹੇ ਸਰੋਤਿਆਂ ਨੂੰ ਮੁਬਾਰਕਬਾਦ ਪੇਸ਼ ਕਰਦੇ ਜੀ। ਅੱਜ ਦਾ ਦਿਨ ਇਤਿਹਾਸਕ ਦਿਨ ਹੈ। ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ 1 ਸਤੰਬਰ 1604 ਦਾ ਦਿਨ ਸੀ, ਜਿਸ ਦਿਨ ਆਦ ਬੀੜ, ਜਿਹੜੀ ਕਿ ਗੁਰੂ ਅਰਜਨ ਸਾਹਿਬ ਨੇ ਗੁਰਦੁਆਰਾ ਰਾਮਸਰ ਸਾਹਿਬ ਜਿੱਥੇ ਅੱਜ ਸੁਭਾਇਮਾਨ ਹੈ ਜੀ, ਉਸ ਥਾਂ ਦੇ ਉੱਤੇ ਤਿਆਰ ਕਰਵਾਈ। ਭਾਈ ਗੁਰਦਾਸ ਜੀ ਨੇ ਲਿਖੀ ਔਰ ਉਸ ਬੀੜ ਨੂੰ ਨਗਰ ਕੀਰਤਨ ਦੀ ਸ਼ਕਲ ਦੇ ਵਿੱਚ, ਜਿਸ ਦੇ ਵਿੱਚ ਉਹ ਬੀੜ ਬਾਬਾ ਬੁੱਢਾ ਜੀ ਦੇ ਸੀਸ ਤੇ ਟਿਕਦੀ ਹੈ ਜੀ, ਗੁਰੂ ਅਰਜਨ ਸਾਹਿਬ ਚੌਰ ਕਰਦੇ ਰਾਮਸਰ ਸਾਹਿਬ ਤੋਂ ਹਰਮੰਦਰ ਸਾਹਿਬ ਤੱਕ ਆਉਂਦੇ ਨੇ। ਔਰ ਜੇ ਅਸੀਂ ਨਗਰ ਕੀਰਤਨਾਂ ਦਾ, ਅੱਜ ਦੁਨੀਆ ਭਰ 'ਚ 150 ਤੋਂ ਜ਼ਿਆਦਾ ਦੇਸ਼ਾਂ 'ਚ ਸਿੱਖ ਵਸਦੇ ਨੇ ਔਰ ਕੋਈ ਦੇਸ਼ ਐਸਾ ਨਹੀਂ ਹੋਏਗਾ ਜਿੱਥੇ ਸਾਲਾਨਾ ਨਗਰ ਕੀਰਤਨ ਨਾ ਹੁੰਦੇ ਹੋਣ ਜੀ। ਕਈ ਥਾਂ ਤੇ ਤਾਂ ਹੁਣ 4-4 5-5 ਨਗਰ ਕੀਰਤਨ ਹੁੰਦੇ ਨੇ। ਜਿਵੇਂ ਈਵਨ ਰਿਚਮੰਡ ਏਰੀਆ 'ਚ ਮੈਂ ਦੇਖ ਰਿਹਾ ਸੀ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦਾ ਨਗਰ ਕੀਰਤਨ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਹੈ ਔਰ ਇਸ ਤੋਂ ਇਲਾਵਾ ਵੱਡੇ ਸਮਾਗਮ ਹੁੰਦੇ ਨੇ, ਸਿੱਖ ਡੇ ਪੈਰੇਡ ਹੈ ਜੀ। ਔਰ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ 2, 3, 4 ਨਗਰ ਕੀਰਤਨ ਨੇ। ਬਹੁਤ ਵਾਰ ਪੁੱਛਿਆ ਜਾਂਦਾ ਹੈ ਵੀ ਨਗਰ ਕੀਰਤਨਾਂ ਦਾ ਇਤਿਹਾਸ ਕੀ ਹੈ, ਇਹ ਕਦੋਂ ਸ਼ੁਰੂ ਹੋਏ। ਤੇ ਮੈਂ ਸਮਝਦਾ ਕਿ ਇਹ ਸਾਡੇ ਇਤਿਹਾਸ ਦਾ ਪਹਿਲਾ ਨਗਰ ਕੀਰਤਨ ਕਿਹਾ ਜਾ ਸਕਦਾ ਹੈ ਕਿ ਜਦੋਂ ਆਦ ਬੀੜ ਬਾਬਾ ਬੁੱਢਾ ਜੀ ਦੇ ਸੀਸ ਤੇ ਟਿਕੀ ਹੈ, ਗੁਰੂ ਅਰਜਨ ਸਾਹਿਬ ਚੌਰ ਕਰ ਰਹੇ ਨੇ, ਸਾਰੀ ਸੰਗਤ ਨਾਲ ਬਾਣੀ ਪੜ੍ਹਦੇ ਆ, ਰਾਮਸਰ ਸਾਹਿਬ ਤੋਂ ਹਰਮੰਦਰ ਸਾਹਿਬ ਤੱਕ ਆਉਂਦੇ ਨੇ ਔਰ ਉਸ ਹਰਮੰਦਰ ਸਾਹਿਬ ਦੇ ਅੰਦਰ ਬਾਬਾ ਬੁੱਢਾ ਜੀ ਤੋਂ ਗੁਰੂ ਅਰਜਨ ਸਾਹਿਬ ਪਹਿਲਾ ਪ੍ਰਕਾਸ਼ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਨਤਕ ਤੌਰ ਤੇ ਕਰਵਾਉਂਦੇ ਨੇ। ਸੋ ਜਿੱਥੇ ਅੱਜ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ, 1604 ਨੂੰ ਆਪਣੀਆਂ ਮਨ ਦੀਆਂ ਅੱਖਾਂ ਦੇ ਨਾਲ ਯਾਦ ਕਰਕੇ ਲਗਭਗ 412 ਸਾਲ ਪਹਿਲਾਂ, ਉੱਥੇ ਹੀ ਅੱਜ ਦਾ ਦਿਨ ਸਾਡੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਦਾ ਗ੍ਰੰਥੀ ਦੇ ਤੌਰ ਤੇ ਸਥਾਪਿਤ ਹੋਣ ਦਾ ਦਿਨ ਵੀ ਹੈ ਜੀ। ਕਿਉਂਕਿ ਜਦੋਂ ਅਸੀਂ ਬਾਣੀ ਦੀ ਗੱਲ, ਤਾਂ ਦੁਨੀਆ ਭਰ 'ਚ ਸਾਡੇ ਲਈ ਗੁਰਬਾਣੀ ਇਸ ਜਗ ਮੇਂ ਚਾਨਣ, ਸਾਰੇ ਜਗ ਦਾ ਚਾਨਣ ਹੈ। ਔਰ ਸਾਨੂੰ 10ਵੇਂ ਪਾਤਸ਼ਾਹ ਨੇ 1708 ਈਸਵੀ 'ਚ ਜੋਤੀ ਜੋਤ ਸਮਾਨ ਤੋਂ ਪਹਿਲਾਂ ਇਹ ਫਰਮਾਨ ਕੀਤਾ ਸੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਕੱਲੀ ਗੱਲ ਫਿਰ ਇੱਥੋਂ ਤੱਕ ਨਹੀਂ ਰੁਕੀ, ਇਸ ਨੂੰ ਫਰਦਰ ਐਮਫੇਸਾਈਜ਼ ਕਰਦੇ ਆ। ਜਿਹੜਾ ਦੂਸਰਾ ਕਪਲੇਟ ਵੀ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੈ। ਕਿ ਇਹ 10 ਪਾਤਸ਼ਾਹੀਆਂ ਦੀ ਜੋਤ, ਭਗਤ ਜਨਾਂ ਦੀ, ਸੂਫੀਆਂ ਦੀ, ਰੱਬ ਦੇ ਬੰਦਿਆਂ ਦੀ ਬਾਣੀ, ਔਰ ਇਸ ਨੂੰ ਇਵੇਂ ਸਮਝੋ ਕਿ ਜਿਵੇਂ ਤੁਸੀਂ ਲਿਵਿੰਗ ਗੁਰੂ ਤੋਂ ਮੈਸੇਜ ਲੈ ਰਹੇ ਹੋ, ਇਵੇਂ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਦੇ ਤੌਰ ਤੇ ਸਮਝਣਾ। ਔਰ ਜਿਸ ਨੇ ਵੀ ਰੱਬ ਨੂੰ ਹਾਸਲ ਕਰਨਾ, ਜਿਸ ਨੇ ਵੀ ਆਪਣੇ ਮਨ ਦੇ ਸ਼ੰਕੇ ਦੂਰ ਕਰਨੇ ਨੇ, ਜਿਸ ਨੇ ਵੀ ਜੀਵਨ ਰਾਹ ਤੱਕਣੇ, ਜਿਸ ਨੂੰ ਜੀਵਨ ਦੇ ਵਿੱਚ ਅਗਵਾਈ ਦੀ ਲੋੜ ਹੈ, ਜਿਹਦੇ ਅੰਦਰ ਵੀ ਜਦੋਂ ਵੀ ਕੁਝ ਵੀ ਐਸਾ ਚੱਲ ਰਿਹਾ ਹੈ, ਖੁਸ਼ੀ ਦਾ, ਗਮੀ ਦਾ, ਔਰ ਉਸ ਦੀ ਸਮੱਸਿਆ ਦਾ ਉਹ ਸਮਾਧਾਨ ਚਾਹੁੰਦਾ ਹੈ, ਹੱਲ ਚਾਹੁੰਦਾ ਹੈ, ਤੇ ਫਿਰ ਖੋਜ ਸ਼ਬਦ ਮੈਲੇ। ਔਰ ਇਸ ਦੇ ਨਾਲ ਹੀ ਫਿਰ ਗ੍ਰੰਥ ਪੰਥ ਦਾ ਜਿਹੜਾ ਯੂਨੀਕ ਕਾਨਸੈਪਟ ਐਸਟੈਬਲਿਸ਼ ਕੀਤਾ 10ਵੇਂ ਪਾਤਸ਼ਾਹ ਨੇ,
ਔਰ ਇਹ ਯਾਦ ਕਰਵਾਇਆ, ਫਰਮਾਇਆ। ਬੇਸ਼ੱਕ ਗੁਰਬਾਣੀ ਦੀ ਗੱਲ ਦਸਵੇਂ ਪਾਤਸ਼ਾਹ ਨੇ ਤਾਂ ਫਾਈਨਲੀ ਉਹ ਦੇਹ ਤਾਰੀ ਗੁਰੂ ਦਸਾਂ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਮੇਸ਼ਾ ਦੇ ਲਈ ਸਥਾਪਿਤ ਹੋ ਗਏ, ਪਰ ਬਾਣੀ ਦਾ ਅਗੰਮੀ ਰੂਪ, ਇਲਾਹੀ ਰੂਪ, ਤੁਰਕੀ ਬਾਣੀ ਦਾ ਰੂਪ, ਇਹ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਤੋਂ ਹੀ ਜਿਹੜਾ ਉਸ ਦੀ ਸ਼ੁਰੂਆਤ ਹੁੰਦੀ ਹੈ। ਬਹੁਤ ਸਾਰੇ ਐਸੇ ਮਹਾਵਾਕ ਫਰਮਾਨ ਅਸੀਂ ਬਾਣੀ 'ਚ ਦੇਖਦੇ ਹਾਂ ਜਿਹਦੇ 'ਚ ਅਸੀਂ ਹੋਂ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ, ਕਿ ਇਹ ਮੇਰੇ ਬੋਲ ਨਹੀਂ ਨੇ, ਇਹ ਤਾਂ ਹੁਕਮ ਦੇ ਵਿੱਚ ਆਈ ਬਾਣੀ ਹੈ। ਜਾਂ ਅਸੀਂ ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਪੜ੍ਹਦੇ ਹਾਂ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਵ ਰਿਹਾ ਸਭਨੀ ਜਾਈ, ਤੁਰਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਵਾਨਾ, ਹਰ ਨਾਨਕ ਸਾਚ ਵਖਾਨ। ਹੁਣ ਜ਼ਾਹਰ ਹੈ ਤੁਰਕੀ ਬਾਣੀ ਹੈ, ਔਰ ਗੁਰੂ ਨਾਨਕ ਸਾਹਿਬ ਨੂੰ ਜਦੋਂ ਸਿੱਧਾਂ ਨੇ ਸਿੱਧ ਗੋਸ਼ਟ ਦੇ ਵਿੱਚ ਅਸੀਂ ਦੇਖਦੇ ਹਾਂ, ਪੁੱਛਿਆ ਕਿ ਭਾਈ ਤੁਹਾਡਾ ਗੁਰੂ ਕੌਣ ਹੈ? ਸੋ ਜਦੋਂ ਅਸੀਂ ਸ਼ਬਦ ਗੁਰੂ ਸੁਰਤ ਧੁਨ ਚੇਲਾ ਦੀ ਗੱਲ ਕਰਦੇ ਹਾਂ, ਸੋ ਸ਼ਬਦ ਗੁਰੂ ਦਾ ਕਾਨਸੈਪਟ, ਔਰ ਇਹ ਸ਼ਬਦ ਗੁਰੂ ਨਾਨਕ ਸਾਹਿਬ ਦੇ ਇਸ ਧਰਤੀ ਤੇ ਆਉਣ ਤੋਂ ਪਹਿਲਾਂ ਵੀ ਐਗਜ਼ਿਸਟ ਕਰਦਾ ਸੀ, ਔਰ ਇਹੀ ਉਹ ਨਾਦ ਹੈ। ਜਦੋਂ ਇਸ ਪਾਠ ਨੂੰ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਯਾਦ ਕਰਵਾਇਆ ਸੀ ਕਿ ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ, ਗੁਰ ਈਸਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ, ਜੇ ਹੋਂ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨ ਜਾਈ, ਗੁਰਾਂ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਹੁਣ ਉਹ ਨਿਰੰਕਾਰ ਹੀ ਨਾਦ ਹੈ, ਵੇਦ ਹੈ, ਗਿਆਨ ਹੈ, ਔਰ ਉਹ ਸ਼ਿਵ ਜੀ, ਵਿਸ਼ਨੂੰ, ਬ੍ਰਹਮਾ, ਜਿਹੜੀ ਟ੍ਰਿਨਿਟੀ ਬਣਾ ਕੇ ਦੁਨੀਆ ਦਾ ਕਾਨਸੈਪਟ ਸੀ, ਉਹ ਸਿਰਫ ਤੇ ਸਿਰਫ ਨਿਰੰਕਾਰ ਖੁਦ ਹੈ। ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਬਾਨ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਹੁਣ ਜਿਹੜਾ ਅਸਚਰਜ ਫੈਕਟਰ ਹੈ ਬਹੁਤਾ ਇਹੋ ਵਿਡਾਣ, ਜਿਹੜਾ ਸਭ ਤੋਂ ਵਿਡਾਣ ਅਸਚਰਜ ਗੱਲ ਹੈ ਕਿ ਉਹ ਨਿਰੰਕਾਰ ਦੇਖ ਰਿਹਾ ਸਾਰਿਆਂ ਨੂੰ, ਪਰ ਉਹ ਸਮਝਦੇ ਨੇ ਵੀ ਸਾਡੀਆਂ ਐਂਟੀਟੀਜ਼ ਇੰਡੀਪੈਂਡੈਂਟ ਨੇ, ਅਸੀਂ ਖੁਦ ਜਿਹੜਾ ਆਪਣੇ ਆਪ ਦੇ ਵਿੱਚ ਹਾਂ, ਲੇਕਿਨ ਅਲਟੀਮੇਟਲੀ ਉਹੀ ਨਿਰੰਕਾਰ ਸ਼ਬਦ ਰੂਪ ਹੈ, ਉਹੀ ਨਿਰੰਕਾਰ ਬਾਣੀ ਰੂਪ ਹੈ। ਔਰ ਉਸ ਬਾਣੀ ਨੂੰ ਇਸ ਧਰਤੀ ਦੇ ਉੱਤੇ ਜਦੋਂ ਅਸੀਂ ਤੁਰਕੀ ਬਾਣੀ ਦੇ ਨਾਲ ਤੇ ਸਾਰੀਆਂ ਚਿੰਤਾਵਾਂ ਨੂੰ ਮਿਟਾਉਣ ਵਾਲੀ ਭਾਵਨਾ ਦੇ ਨਾਲ ਦੇਖਦੇ ਹਾਂ, ਸੋ ਗੁਰਬਾਣੀ ਦਾ ਆਧਾਰ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਔਰ ਇਹੀ ਜਿਹੜਾ ਖਜ਼ਾਨਾ ਜਿਸ ਨੂੰ ਜਦੋਂ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਇਸ ਜਹਾਜ਼ ਨੂੰ ਤਿਆਰ ਕਰਦੇ ਆ, ਫਿਰ ਇਹ ਫਰਮਾਇਆ ਸੀ ਕਿ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਕਿ ਇਹ ਜਿਹੜਾ ਪਿਓ ਦਾਦੇ ਦਾ ਖਜ਼ਾਨਾ, ਟ੍ਰੇਸ਼ਰ ਹੈ। ਹੁਣ ਬਹੁਤ ਵਾਰ ਅਸੀਂ ਦੁਨਿਆਵੀ ਲੋਕ ਇਹ ਦੇਖਦੇ ਹਾਂ ਕਿ ਸਾਡੇ ਮਾਪਿਓ ਸਾਡੇ ਲਈ ਕੀ ਛੱਡ ਕੇ ਗਏ ਨੇ, ਬੈਂਕ ਅਕਾਊਂਟ ਫੋਲਦੇ ਆ, ਵਿਲ ਦੇਖਦੇ ਆ ਕਿ ਭਾਈ ਸਾਨੂੰ ਕੀ ਦੇ ਗਏ। ਹੁਣ ਇੱਥੇ ਜਦੋਂ ਗੁਰੂ ਨਾਨਕ ਜੋਤ ਗੁਰੂ ਅੰਗਦ ਦੇ ਵਿੱਚ ਟਿਕਦੀ ਹੈ, ਭਾਈ ਲਹਿਣਾ ਜੀ 'ਚ ਟਿਕ ਕੇ ਅੰਗਦ ਬਣਾਉਂਦੀ ਹੈ, ਤੇ ਜਿਹੜਾ ਖਜ਼ਾਨਾ ਦਿੱਤਾ ਹੈ, ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ, ਉਹ ਜਿਹੜਾ ਉਹੀ ਗੁਰਗੱਦੀ ਹੈ। ਔਰ ਇਸੇ ਤਰ੍ਹਾਂ ਜਦੋਂ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਦੇ ਵਿੱਚ ਟਿਕਾ ਕੀਤਾ, ਉਹਨਾਂ ਦੇ ਅੱਗੇ ਆਪਣਾ ਸੀਸ ਝੁਕਾਇਆ, ਤੇ ਫਿਰ ਉਹੀ ਬਾਣੀ ਦਾ ਖਜ਼ਾਨਾ ਜਿਨ੍ਹਾਂ 'ਚ ਉਹਨਾਂ ਦੇ ਆਪਣੇ ਸ਼ਲੋਕ ਸ਼ਾਮਲ ਨੇ, ਗੁਰੂ ਅਮਰਦਾਸ ਜੀ ਨੂੰ ਬਖਸ਼ਿਆ, ਇਵੇਂ ਹੀ ਗੁਰੂ ਰਾਮਦਾਸ ਜੀ ਤੱਕ। ਔਰ ਇਹੀ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਇਹੀ ਖਜ਼ਾਨਾ ਗੁਰੂ ਅਰਜਨ ਸਾਹਿਬ ਤੱਕ ਪਹੁੰਚਿਆ। ਉਹਨਾਂ ਨੇ ਇਸ ਤੋਂ ਇਲਾਵਾ ਵੀ ਫਿਰ ਜਦੋਂ ਅਸੀਂ ਬਹੁਤ ਵਾਰੀ ਇਹ ਸਾਡੀ ਪਰੰਪਰਾ ਦੱਸਦੀ ਹੈ ਕਿ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ, ਉਹਨਾਂ ਇਲਾਕਿਆਂ 'ਚੋਂ ਜਿਵੇਂ ਬਾਬਾ ਫਰੀਦ ਦੀ ਬਾਣੀ ਉਹ ਖੁਦ ਪਾਕਪਟਨ ਤੋਂ ਲੈ ਕੇ ਆਏ, ਇਸੇ ਤਰ੍ਹਾਂ ਜਿੱਥੇ ਜਿੱਥੇ ਨਾਮਦੇਵ ਜੀ ਦੀ ਜਾਂ ਭਗਤ ਕਬੀਰ ਜੀ, ਜਿਨ੍ਹਾਂ ਇਲਾਕਿਆਂ 'ਚ ਬਹੁਤ ਸਾਰੀ ਭਗਤ ਜਨਾਂ ਦੀ ਬਾਣੀ ਗੁਰੂ ਸਾਹਿਬਾਨ ਦੇ ਕੋਲ ਸੀ।
ਔਰ ਗੁਰੂ ਅਰਜਨ ਸਾਹਿਬ ਨੇ, ਕਿਉਂਕਿ ਇਹ ਪ੍ਰੋਜੈਕਟ ਮੇਰਾ ਖਿਆਲ ਹੈ ਵੀ 20 ਸਾਲ ਦੇ ਲਗਭਗ ਜ਼ਰੂਰ ਚੱਲਿਆ, ਕਿ ਜਿਹਦੇ ਚ ਕਿ ਉਸ ਤੋਂ ਪਹਿਲਾਂ ਹੀ ਜਦੋਂ ਤੁਸੀਂ ਕੁਝ ਕਰਨਾ ਸ਼ੁਰੂ ਕਰਦੇ ਹੋ, ਤੁਸੀਂ ਉਸ ਦੀ ਤਿਆਰੀ ਆਰੰਭਦੇ ਹੋ ਉਸ ਦੇ ਲਈ, ਕਿਉਂਕਿ ਇਹ ਇੱਕ ਜ਼ਾਹਰ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਰੂਪ ਜਦੋਂ ਹਰਮੰਦਰ ਸਾਹਿਬ ਦਾ ਵੀ ਨਿਰਮਾਣ ਹੁੰਦਾ ਹੈ ਪਹਿਲਾਂ, ਔਰ ਅਸੀਂ ਦੇਖਦੇ ਹਾਂ ਕਿ ਦੋਨਾਂ ਦੇ ਵਿੱਚ ਹਰਮੰਦਰ ਸਾਹਿਬ ਦਾ ਨਿਰਮਾਣ ਕੰਪਲੀਟ ਹੁੰਦਾ ਹੈ ਲਗਭਗ ਉਹੀ 15-20 ਸਾਲ ਦਾ ਸਮਾਂ ਉਸ 'ਚ ਹੈ, ਔਰ ਇਧਰ ਦੂਸਰਾ ਪ੍ਰੋਜੈਕਟ ਵੀ ਨਾਲ ਚੱਲ ਰਿਹਾ, ਔਰ ਜਦੋਂ ਹਰਮੰਦਰ ਸਾਹਿਬ ਮੁਕੰਮਲ ਹੁੰਦਾ ਹੈ ਉਸ ਦੇ ਵਿੱਚ ਗੁਰੂ ਸਾਹਿਬ ਲਿਆ ਕੇ ਆਦਿ ਬੀੜ ਪ੍ਰਕਾਸ਼ਮਾਨ ਕਰਦੇ ਨੇ, ਔਰ ਲਗਭਗ 1430 ਅੰਗ ਅੱਜ ਜਦੋਂ ਕਿ ਮਾਡਰਨ ਪ੍ਰਿੰਟਿੰਗ ਪ੍ਰੈਸਿਸ ਨੇ ਉਹਨਾਂ ਦੇ ਵਿੱਚ ਇੱਕ ਸਟੈਂਡਰਡਾਈਜ਼ਡ ਪਾਰਟ ਹੈ। ਲੇਕਿਨ ਜੇ ਅਸੀਂ ਪੁਰਾਤਨ ਵੇੜਿਆਂ 'ਚ ਦੇਖੀਏ ਜਾਂ ਜਦੋਂ ਭਾਈ ਗੁਰਦਾਸ ਜੀ ਨੇ ਇਸ ਨੂੰ ਲਿਖਿਆ, ਸੋ ਕਿੰਨੇ ਉਸ ਪ੍ਰੋਸੈਸ ਦੇ ਵਿੱਚ ਲੱਗੇ ਹੁੰਦੇ ਨੇ ਜਾਂ ਲੱਗੇ ਹੋਣਗੇ। ਕੋਈ ਕਲਮਾ ਘੜ ਰਿਹਾ ਹੈ ਉਸ ਦੇ ਲਈ ਇਕਸਾਰ ਸਿਆਹੀ ਤਿਆਰ ਕਰਨਾ, ਫਿਰ ਇੱਕ ਪੰਨ, ਹੁਣ ਤਾਂ ਬੌਂਡਿੰਗ ਹੋ ਜਾਂਦੀ ਹੈ ਉਸ ਦੇ ਨਾਲ ਹੀ ਬਾਈਂਡਿੰਗ ਪ੍ਰਿੰਟਿੰਗ ਪ੍ਰੈਸਿਸ 'ਚ ਹੁੰਦੀ ਹੈ। ਅਸੀਂ ਸਾਡੀ ਪਰੰਪਰਾ ਦੱਸਦੀ ਹੈ ਵੀ ਕਿਵੇਂ ਬੀੜ ਨੂੰ ਜਿਲਦਬੰਦੀ ਜਾਂ ਜਿਲਦ ਸਾਜ਼ੀ ਜਿਹਨੂੰ ਕਹਿੰਦੇ ਸੀ ਕਰਵਾਉਣ ਦੇ ਲਈ ਉਦੋਂ ਲਾਹੌਰ ਭੇਜਿਆ ਗਿਆ। ਅੰਮ੍ਰਿਤਸਰ ਜਿਵੇਂ ਬਾਅਦ ਦੇ ਵਿੱਚ ਬਹੁਤ ਵੱਡਾ ਸੈਂਟਰ ਐਸਟੈਬਲਿਸ਼ ਹੋਇਆ, ਸੰਭਵ ਹੈ ਉਸ ਵੇਲੇ ਉਸ ਕਿਸਮ ਦੀ ਐਕਸਪਰਟੀਜ਼ ਉੱਥੇ ਨਾ ਹੋਏ ਜਾਂ ਲਾਹੌਰ ਕਿਉਂਕਿ ਸਦੀਆਂ ਪਹਿਲਾਂ ਤੋਂ ਐਸਟੈਬਲਿਸ਼ਡ ਕੈਪੀਟਲ ਸੀ। ਸੋ ਕੁੱਲ ਮਿਲਾ ਕੇ ਇਸ ਸਾਰੀ ਪ੍ਰੋਸੈਸ ਦੇ ਵਿੱਚ ਕਿੰਨੀ ਮਿਹਨਤ ਔਰ ਕਿਹੜਾ, ਜਿਵੇਂ ਗੁਰੂ ਅਰਜਨ ਸਾਹਿਬ ਨੇ ਇੱਕ ਜਿਹਦੇ ਲਈ ਅਜੋਕੀ ਅਸੀਂ ਜ਼ਬਾਨ 'ਚ ਸੁਚੱਜੇ ਐਡੀਟਰ ਕਵਾਂਗੇ ਕਿ ਉਹਨਾਂ ਨੇ ਜਦੋਂ ਬਾਣੀ ਆਈ, ਇਹ ਨਹੀਂ ਹੈ ਕਿ ਜਿਹੜੇ ਉਹਨਾਂ ਨੇ ਸੋਰਸਿਸ ਤੋਂ ਆਏ, ਕਾਨਾ ਆਇਆ, ਪੀਲੂ ਆਇਆ, ਹੋਰ ਜਿਹੜੇ ਨੇ ਆਏ, ਹੁਸੈਨ ਆਇਆ, ਸ਼ਾਹ ਹੁਸੈਨ, ਹੁਣ ਕਈ ਜਿਹੜੀ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਜੋੜ ਕੇ ਵੀ ਕੁਝ ਥਾਵਾਂ ਤੋਂ ਬਾਣੀ ਜਿਹੜੀ ਹੈ ਉਹ ਜਾਲੀ ਰੂਪ ਦੇ ਵਿੱਚ ਵੀ ਸ਼ੁਰੂ ਹੋ ਗਈ ਸੀ, ਕਿਉਂਕਿ ਅਸੀਂ ਦੇਖਦੇ ਕਿ ਉਦੋਂ ਇਸ ਪ੍ਰਭਾਵ ਦੇ ਥੱਲੇ ਆਲਰੇਡੀ ਪ੍ਰਿਥੀਏ ਦਾ ਮੁੰਡਾ ਮਿਹਰਬਾਨ ਜਿਹੜਾ ਹੈ ਉਹ ਰਚਨਾ ਕਰ ਰਿਹਾ ਸੀ, ਔਰ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਸੀ ਕਿ ਵੀ ਕਿਸ ਤਰੀਕੇ ਦੇ ਨਾਲ ਇਹ ਗੱਦੀ ਜਿਹੜੀ ਆ ਉਹ ਸਾਡੇ ਪਿਓ ਨੂੰ ਨਹੀਂ ਮਿਲੀ ਪ੍ਰਿਥੀਏ ਨੂੰ, ਸੋ ਪ੍ਰਿਥੀਏ ਨੇ ਹੀ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ ਸੀ। ਥੋੜੇ ਬਹੁਤ ਜਿਹੜੇ ਲਰਨਡ ਲੋਕ ਸੀ ਉਹਨਾਂ ਦੇ ਵਿੱਚ ਮਸੰਦ ਜਾਂ ਦੂਸਰੇ, ਉਹ ਵੀ ਅਖੀਰਲੀ ਤੁਕ ਨਾਨਕ ਸ਼ਬਦ ਨਾਲ ਲਿਖ ਦਿਓ, ਤੇ ਲੱਗਦਾ ਸੀ ਹੁਣ ਵੀ ਅੱਜ ਵੀ ਬਹੁਤ ਵਾਰ ਅਸੀਂ ਜਦੋਂ ਟਰੱਕਾਂ ਦੇ ਉੱਤੇ ਜਾਂ ਟੈਂਪੂਆਂ ਟੈਕਸੀਆਂ ਦੇ ਬਾਹਰ ਕੁਝ ਗੁਰਬਾਣੀ ਦੀਆਂ ਤੁਕਾਂ ਪੜ੍ਹਦੇ ਹਾਂ ਤੇ ਸਾਨੂੰ ਲੱਗਦਾ ਵੀ ਇਹ ਬਾਣੀ ਹੈ। ਜਿਵੇਂ ਹੁਣ ਜੇ ਤੁਸੀਂ ਪੜ੍ਹੋਗੇ ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤਾਤੀ ਵਾਓ, ਹੁਣ ਇਹ ਕੋਈ ਗੁਰਬਾਣੀ ਨਹੀਂ ਹੈ, ਇਹ ਇਸ ਕਿਸਮ ਦੀ ਪ੍ਰਚਲਿਤ ਤੁਕ ਹੋ ਗਈ ਤੇ ਤੁਰੀ ਆਈ। ਜਾਂ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਹੁਣ ਸਾਨੂੰ ਲੱਗੇਗਾ ਕਿ ਜੀ ਇਹ ਬਾਣੀ ਦੀ ਤੁਕ ਹੈ, ਹੁਣ ਇਹ ਬਾਣੀ ਨਹੀਂ ਹੈ, ਇਹ ਪ੍ਰਚਲਿਤ ਹੋਈ ਔਰ ਚੱਲ ਪਈ। ਔਰ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਨੇ ਤੁਕਾਂ ਔਰ ਸ਼ਬਦ ਉਸ ਪੀਰੀਅਡ ਦੇ ਵਿੱਚ ਇੰਨੇ ਪ੍ਰਚਲਿਤ ਹੋਏ। ਹੁਣ ਈਵਨ ਬਾਅਦ ਦੇ ਵਿੱਚ ਵੀ ਅਜੇ ਵੀ ਗੁਰਦੁਆਰਿਆਂ ਦੇ ਵਿੱਚ ਜਦੋਂ ਇਸ ਨੂੰ ਬੜੇ ਪ੍ਰੇਮ ਨਾਲ ਪੜ੍ਹਿਆ ਜਾਂਦਾ ਹੈ, ਭਾਵੇਂ ਸ਼ਾਇਦ ਸੈਨਾਪਤੀ ਦੀ ਰਚਨਾ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਜੋੜ ਕੇ ਜਦੋਂ ਇਹ ਪੜ੍ਹਿਆ ਜਾਂਦਾ ਹੈ ਕਿ ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਂਹ ਨਾ ਛੋਡੀ ਹੈ, ਤੇਗ ਬਹਾਦਰ ਬੋਲਿਆ ਤਰ ਪਈਐ ਧਰਮ ਨਾ ਛੋਡੀਐ, ਜਾਂ ਉਸ ਤੋਂ ਪਹਿਲਾਂ ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀਐ, ਤੇਗ ਬਹਾਦਰ ਬੋਲਿਆ ਤਰ ਪਈਐ ਧਰਮ ਨਾ ਛੋਡੀਐ, ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਂਹ ਨਾ ਛੋਡੀਐ। ਹੁਣ ਬਹੁਤ ਸਾਰੇ ਜਿਹੜੇ ਨੇ, ਜੇ ਤੁਸੀਂ ਇਸ ਦਾ ਰਿਦਮ ਜਾਂ ਦੂਸਰਾ ਦੇਖੋਗੇ ਤੇ ਇਹ ਭੁਲੇਖਾ ਲੱਗੇਗਾ ਕਿ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਸੋ ਉਸ ਵੇਲੇ ਡੈਲੀਬਰੇਟਲੀ ਪ੍ਰਿਥੀਏ ਹੋਣ, ਦੂਸਰੇ ਮਸੰਦ ਹੋਣ, ਇਸ ਕਿਸਮ ਦਾ ਵਰਤਾਰਾ ਸੀ। ਫਿਰ ਕੁਝ ਮਿਥਸ ਚੱਲ ਪੈਂਦੀਆਂ ਨੇ, ਜਿਵੇਂ ਇੱਕ ਮਿਥ ਜਾਂ ਇੱਕ ਇਹ ਸੀ ਕਿ ਜਦੋਂ ਗੁਰੂ ਨਾਨਕ ਸਾਹਿਬ ਸੰਗਲਾਦੀਪ ਗਏ, ਜਿਹਨੂੰ ਅੱਜ ਸ੍ਰੀਲੰਕਾ ਕਹਿੰਦੇ ਨੇ, ਤੇ ਉੱਥੇ ਉਹਨਾਂ ਨੇ ਪ੍ਰਾਣ ਸੰਗਲੀ ਨਾਂ ਦੀ ਬਾਣੀ ਉਚਾਰੀ, ਔਰ ਫਿਰ ਉਹਨਾਂ ਨੂੰ ਬਹੁਤਿਆਂ ਨੂੰ ਹੋਇਆ ਕਿ ਨਹੀਂ ਸਾਨੂੰ ਮੰਗਵਾਉਣਾ ਚਾਹੀਦਾ ਜੀ, ਉੱਥੇ ਪਈ ਹੈ ਪ੍ਰਾਣ ਸੰਗਲੀ ਪਈ ਹੈ। ਜਿਵੇਂ ਅਜੇ ਵੀ ਸਾਨੂੰ ਕਈ ਪੁੱਛਣਗੇ 100 ਸਾਖੀ ਬਾਰੇ ਕਿੱਥੇ ਹੈ, ਕੀ ਹੈ, ਜਾਂ ਹੋਰ ਬਹੁਤ ਸਾਰਾ ਇਸ ਕਿਸਮ ਦਾ ਹੁੰਦਾ। ਸੋ ਪ੍ਰਾਣ ਸੰਗਲੀ ਮੰਗਵਾਈ ਗਈ ਔਰ ਗੁਰੂ ਸਾਹਿਬ ਨੇ ਫੈਸਲਾ ਕੀਤਾ, ਉਹਨਾਂ ਨੇ ਕਿਹਾ ਵੀ ਨਹੀਂ ਇਹ ਗੁਰੂ ਨਾਨਕ ਸਾਹਿਬ ਦੀ ਕ੍ਰਿਤ ਨਹੀਂ। ਔਰ ਇਸ ਤਰ੍ਹਾਂ ਹੋਰ ਬਹੁਤ ਸਾਰੇ ਸੋਰਸ, ਔਰ ਇਹ ਵੀ ਸਾਡੀ ਪਰੰਪਰਾ ਹੈ ਕਿ ਤਾਂ ਕਿ ਇਸ ਕਿਸਮ ਦੀ ਜਿਹਨੂੰ ਕੱਚੀ ਬਾਣੀ ਕਿਹਾ ਗਿਆ, ਹੁਣ ਕੱਚੀ ਤੇ ਸੱਚੀ ਦੇ ਵਿੱਚ ਫਰਕ ਹੈ। ਔਰ ਜੇ ਗੁਰੂ ਅਮਰਦਾਸ ਜੀ ਨੇ ਇਸ ਗੱਲ ਨੂੰ ਆਨੰਦ ਸਾਹਿਬ ਦੇ ਵਿੱਚ ਆਇਡੈਂਟੀਫਾਈ ਕੀਤਾ ਸੀ ਕਿ ਆਵੋ ਸਿੱਖ
सतगुर के प्यारियो गावो सच्ची बाणी, बाणी ता गावो गुरु केरी बाणियां सिर बाणी, जिनको नदर कर्म होवे हृदय तना समाणी, पीवो अमृत सदा रो हर रंग, गावो सच्ची बाणी, कह नानक सदा गावो ए सच्ची बाणी। ਹੁਣ ਸੱਚੀ ਤੇ ਕੱਚੀ ਦਾ ਨਿਤਾਰਾ ਕਰ ਦਿੱਤਾ ਸੀ ਕਿ ਭਾਈ ਜਿਹੜੀ ਸਤਿਗੁਰੂ ਦੇ ਮੁਖਾਰ ਬਿੰਦ ਤੋਂ ਹੈ, ਸਤਿਗੁਰੂ ਦੀ ਬਾਣੀ ਸੱਚੀ ਹੈ। ਔਰ ਅੱਜ ਵੀ ਜਦੋਂ ਅਸੀਂ ਕਵਿਤਾਵਾਂ, ਗੀਤ, ਹੋਰ ਬਹੁਤ ਸਾਰੀਆਂ ਚੀਜ਼ਾਂ ਬੜੀਆਂ ਭਾਵਕ ਕਰਨ ਵਾਲੀਆਂ, ਬੜੇ ਚੰਗੇ ਚੰਗੇ ਲਿਖਾਰੀ ਜਾਂ ਕਵੀ ਜਾਂ ਗੀਤਕਾਰ ਹੁੰਦੇ ਨੇ। ਕੋਈ ਇਹ ਨਹੀਂ ਹੈ ਜੇ ਗੁਰੂ 10ਵੇਂ ਪਾਤਸ਼ਾਹ ਨੇ 52 ਕਵੀ ਜਿਹੜੇ ਨੇ ਉਹਨਾਂ ਨੂੰ ਵਡਿਆਇਆ, ਆਪਣੇ ਕਵੀ ਮੰਡਲੀ ਦਾ ਹਿੱਸਾ ਬਣਾਇਆ ਪੌਂਟਾ ਸਾਹਿਬ ਦੇ ਵਿੱਚ ਜੀ। ਸੋ ਜ਼ਾਹਰ ਹੈ ਕਿ ਉਹਨਾਂ ਦਾ ਇੱਕ ਆਪਣਾ ਮੁਕਾਮ ਹੈ ਫੋਕਲੋਰ ਦੇ ਵਿੱਚ। ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਧੁਨੀਆਂ ਨੇ। ਹੁਣ ਧੁਨੀ ਜਿਹੜੀ ਹੈ ਇਹ ਰਾਗ ਤੋਂ ਵੱਖਰੀ ਸੀ, ਜਦੋਂ ਸ਼ਾਸਤਰੀ ਸੰਗੀਤ ਵਾਲੇ ਪਹਿਲੇ ਰਾਗ ਸੀ, ਪਰ ਅਸੀਂ ਗੁਰਮਤਿ ਸੰਗੀਤ ਦੀ ਗੱਲ ਕਰਦੇ ਹਾਂ। ਅਲ ਟੂਗੈਦਰ ਵੱਖਰੇ 31 ਰਾਗ, ਬੇਸ਼ੱਕ ਪਹਿਲੇ ਵੀ ਰਾਗ ਐਗਜ਼ਿਸਟ ਕਰਦੇ ਸੀ, ਪਰ ਗੁਰੂ ਸਾਹਿਬ ਨੇ ਕਿਤੇ ਕਿਤੇ 2 ਰਾਗਾਂ ਦੇ ਕੰਬੀਨੇਸ਼ਨ, ਆਪਣਾ ਰਾਗ ਆਸਾ ਗੁਰੂ ਨਾਨਕ ਸਾਹਿਬ ਨੇ ਇਜਾਦ ਕੀਤਾ। ਔਰ ਜਿੱਥੇ ਅਸੀਂ ਦੇਖਦੇ ਹਾਂ ਕਿ ਬਹੁਤ ਐਕਸਟ੍ਰੀਮ ਹੈ, ਜੇ ਕੋਈ ਐਸੇ ਰਾਗ ਦੀ ਗੱਲ ਹੈ, ਹੁਣ ਇਸ ਸਾਰੇ ਨੂੰ ਇੱਕ ਮੀਟਰ ਦੇ ਵਿੱਚ ਲਿਆਣਾ, ਕਲਮਬੱਧ ਕਰਨਾ, ਇੱਕ ਸਿਸਟਮ ਐਸਟੈਬਲਿਸ਼ ਕਰਨਾ। ਔਰ ਫਿਰ ਜਿਵੇਂ ਅਸੀਂ ਦੇਖਦੇ ਹਾਂ ਕਿ ਭਗਤ ਜਨਾਂ ਦੀ ਬਾਣੀ ਹੈ, ਭੱਟਾਂ ਦੀ ਬਾਣੀ ਹੈ, ਔਰ ਉਸ ਦੇ ਵਿੱਚ ਵੀ ਇੱਕ ਤਰਤੀਬ ਹੈ, ਇੱਕ ਰਾਗ ਉਸ ਦਾ ਆਧਾਰ ਹੈ। ਇਹ ਨਹੀਂ ਹੈ ਕਿ ਵੀ ਮਹੱਲਾ ਪਹਿਲਾ ਦੀ ਸਾਰੀ ਬਾਣੀ ਇੱਕ ਥਾਂ ਤੇ ਹੈ ਜਾਂ ਮਹੱਲਾ ਦੂਜਾ ਦੀ ਹੈ। ਰਾਗ ਦੇ ਨਾਲ ਇਵੇਂ ਗੁਰੂ ਸਾਹਿਬਾਨ ਦਾ ਆਰਡਰ ਹੈ ਔਰ ਫਿਰ ਭਗਤ ਜਨਾਂ ਦਾ ਆਰਡਰ ਹੈ। ਫਿਰ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਦੋਂ ਅਸੀਂ ਸ਼ਬਦ ਜੋੜਾਂ ਵੱਲ ਦੇਖਦੇ ਹਾਂ ਕਿ ਜਦੋਂ ਸ਼ਬਦ ਮੁੱਕਦਾ ਤੇ ਫਿਰ ਇਹ ਹੈ ਕਿ ਤਾਂ ਕਿ ਉਸ ਦੇ ਵਿੱਚ ਕੋਈ ਮਿਲਾਵਟ ਨਾ ਹੋਏ, ਕੱਲ ਨੂੰ ਇਹ ਨਾ ਹੋਏ ਕਿ ਕੋਈ ਨਾਨਕ ਸ਼ਬਦ ਦੇ ਨਾਲ ਲਾ ਕੇ। ਔਰ ਇਸ ਸਾਰੇ ਸੀਕੁਐਂਸ ਦੇ ਵਿੱਚ ਆਦਬੀੜ ਮੁਕੰਮਲ ਹੁੰਦੀ ਹੈ। ਔਰ ਉਸ ਆਦਬੀੜ ਦੇ ਅਖੀਰ ਦੇ ਵਿੱਚ ਮੁੰਦ ਆਵਣੀ, ਜਿਸ ਨੂੰ ਮੁੰਦਿਆ ਗਿਆ, ਖਤਮ ਕੀਤਾ ਗਿਆ, ਜਾਂ ਜਿਸ ਨੂੰ ਇੱਕ ਸਵਾਦਿਸ਼ਟ ਭੋਜਨ ਦੇ ਤੌਰ ਤੇ ਪਰੋਸਿਆ ਗਿਆ, ਮੁੰਦਾਵਣੀ ਮਹੱਲਾ 5ਵਾਂ। ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सबस आधारो, जे को खावे जे को पुंचै, तिसका होए उधारो, ए वस्त तजी नह जाई, नित नित रख उर तारो, तम संसार चरण लग तरिए, सब नानक ब्रह्म पसारो। कि ਇਹ ਉਹ ਥਾਲ ਹੈ, ਗੁਰੂ ਗ੍ਰੰਥ ਸਾਹਿਬ ਰੂਪੀ ਥਾਲ। ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ। ਸਤ ਆਧਾਰ ਸੱਚ ਹੈ, ਜੀਵਨ ਦਾ ਆਧਾਰ ਸੱਚ ਹੈ, ਜੀਵਨ ਦੀ ਢੂੰਡ ਸੱਚ ਲਈ ਹੈ। ਮੁਕੰਮਲ ਅਸੀਂ ਸੱਚ 'ਚ ਹੋਣਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਸੱਚ ਆਧਾਰ ਹੈ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਬਾਬਾ ਮਾਇਆ ਸਾਥ ਨਾ ਹੋਏ, ਇਹ ਮਾਇਆ ਜਗ ਮੋਇਆ, ਵਿਰਲਾ ਬੂਝੈ ਕੋਈ। ਹੁਣ ਜ਼ਾਹਰ ਹੈ ਕਿ ਇਹ ਸੱਚ ਦੀ ਗੱਲ, ਸਤ ਤੇ ਸੰਤੋਖ, ਸੰਤੋਖ ਕੰਟੈਂਪਲੇਸ਼ਨ ਹੈ। ਔਰ ਇਹ ਗੱਲ ਯਾਦ ਕਰਵਾਈ, ਬਿਨਾਂ ਸੰਤੋਖ ਨਹੀਂ ਕੋ ਰਾਜੇ। ਕੋਈ ਦੁਨੀਆ ਦੇ ਵਿੱਚ ਬਿਨਾਂ ਸੰਤੋਖ ਤੋਂ ਨਹੀਂ ਰੱਜਿਆ। ਦੌੜ ਹੈ ਸਹਿਸ ਖਟੇ, ਲੱਖ ਕੋ ਉਠਤਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਇਹ ਪੈਸੇ ਦੀ ਦੌੜ ਹੈ। 1000 ਵਾਲਾ ਲੱਖ ਲਈ ਦੌੜਦਾ ਹੈ, ਲੱਖ ਵਾਲਾ ਮਿਲੀਅਨ ਲਈ ਦੌੜਦਾ ਹੈ। ਔਰ ਇਹ ਸਤ ਸੰਤੋਖ ਤੇ ਵਿਚਾਰ। ਹੁਣ ਵਿਚਾਰ ਡਿਸਕਸ਼ਨ ਵੀ ਹੈ, ਵਿਚਾਰ ਆਪਸ ਦੇ ਵਿੱਚ ਵਿਚਾਰਾਂ ਦਾ ਪ੍ਰਗਟਾਵਾ ਵੀ ਹੈ, ਵਿਚਾਰ ਸੱਚ ਦੀ ਵਿਚਾਰ ਹੈ, ਕਿਵ ਸਚਿਆਰਾ ਹੋਈਏ ਦੀ ਵਿਚਾਰ ਹੈ। ਵਿਚਾਰ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਵੀ ਹੈ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਡਾਇਲੋਗ ਵੀ ਹੈ। ਔਰ ਇਸ ਸਤ ਸੰਤੋਖ ਔਰ ਵਿਚਾਰ ਦੇ ਨਾਲ ਜਦੋਂ ਅਸੀਂ ਜੀਵਨ ਦੇ ਵਿੱਚ ਵਿਚਰਦੇ ਹਾਂ ਤੇ ਫਿਰ ਇਸ ਸਾਰੇ ਦੇ ਵਿੱਚ ਅੰਮ੍ਰਿਤ ਨਾਮ ਠਾकुर का पयो, ਕਿ ਇਹ ਜਦੋਂ ਜੀਵਨ ਦੇ ਅੰਦਰ ਸਤ ਸੰਤੋਖ ਵਿਚਾਰ ਹੈ ਤੇ ਉਸ ਨਿਰੰਕਾਰ ਦਾ ਅੰਮ੍ਰਿਤ ਨੂੰ ਰੂਪੀ ਨਾਮ ਜਿਹੜਾ ਉਹ ਇਸ ਦਾ ਆਧਾਰ ਬਣਦਾ ਹੈ। ਅੰਮ੍ਰਿਤ ਨਾਮ ਠਾकुर का पयो, जिसका सब ਆਧਾਰੋ, ਉਹਦਾ ਬੇਸ ਹੈ।
ਜੀ। ਔਰ ਇਸ ਨੂੰ ਜੇ ਕੋਈ ਖਾਂਦਾ ਹੈ, ਕੋਈ ਉਸ ਨੂੰ ਪਾਨ ਕਰਦਾ ਹੈ, ਉਸ ਦਾ ਉਧਾਰ ਹੁੰਦਾ ਹੈ, ਉਸ ਨੂੰ ਜ਼ਿੰਦਗੀ ਦਾ ਅਰਥ ਸਮਝ ਆ ਜਾਂਦਾ ਹੈ ਔਰ ਫਿਰ ਉਹ ਸਮਝਦਾ ਹੈ ਕਿ ਇਹ ਵਸਤ ਜੀ ਨਾ ਜਾਈ ਨਿਤ ਨਿਤ ਰੱਖ ਉਰ ਤਾਰੋ। ਉਰ ਦਿਲ ਨੂੰ ਕਹਿੰਦੇ ਨੇ ਕਿ ਇਹਨੂੰ ਫਿਰ ਛੱਡ ਹੀ ਨਹੀਂ ਸਕਦਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਮ। ਕਿ ਮੈਂ ਕਿਵੇਂ ਇਸ ਤੋਂ ਬਿਨਾਂ ਜੀ ਸਕਦਾ। ਹੁਣ ਇਹ ਨਿਤ ਨਿਤ ਰੱਖ ਉਰ ਧਾਰੋ ਹੈ ਔਰ ਇਹੀ ਅਲਟੀਮੇਟਲੀ ਸੋਲੂਸ਼ਨ ਹੈ ਤਮ ਸੰਸਾਰ ਜੀ। ਚਾਰ ਚਫੇਰੇ ਹਨੇਰੇ ਕੁਛ ਨਜ਼ਰ ਨਹੀਂ ਆਉਂਦਾ। ਔਰ ਇਹੀ ਸਮੱਸਿਆ ਸੰਸਾਰ ਦੀ ਗੁਰੂ ਨਾਨਕ ਸਾਹਿਬ ਨੇ ਦੱਸੀ ਸੀ ਕਿ ਹਉ ਭਾਲ ਵਿਕੁੰਨੀ ਹੋਈ, ਅੰਧੇਰਾ ਰਾਹੋ ਨਾ ਕੋਈ। ਕਿ ਮੈਂ ਭਾਲ ਰਹੀ ਹਾਂ, ਮੈਂ ਇੱਕ ਵਿਆਕਲ ਹੈ, ਚਾਰ ਚਫੇਰੇ ਹਨੇਰੇ ਕੁਛ ਨਜ਼ਰ ਨਹੀਂ ਆਉਂਦਾ, ਤਮ ਸੰਸਾਰ ਚਰਨ ਲਗ ਤਰੀਏ। ਤੇ ਇਸ ਹਨੇਰੇ ਦੇ ਵਿੱਚ ਉਸ ਨਿਰੰਕਾਰ ਦੇ ਚਰਨਾਂ ਦਾ ਸਹਾਰਾ, ਨਿਰੰਕਾਰ ਦੀ ਬਾਣੀ ਦਾ ਸਹਾਰਾ, ਨਿਰੰਕਾਰ ਦੇ ਨਾਮ ਦਾ ਸਹਾਰਾ। ਤੇ ਫਿਰ ਜਦੋਂ ਇਹ ਸਹਾਰਾ ਮਿਲਦਾ ਔਰ ਇਹ ਗੱਲ ਸਮਝ ਆ ਜਾਂਦੀ ਹੈ, ਤਮ ਸੰਸਾਰ ਚਰਨ ਲਗ ਤਰੀਏ, ਸਭ ਨਾਨਕ ਬ੍ਰਹਮ ਪਸਾਰੋ। ਕਿ ਚਾਰ ਚਫੇਰੇ ਪੰਜਵੇਂ ਪਾਤਸ਼ਾਹ ਯਾਦ ਕਰਵਾਉਂਦੇ ਨੇ ਕਿ ਸਭ ਪਾਸੇ ਉਸ ਬ੍ਰਹਮ ਦਾ ਪਸਾਰ ਹੈ, ਜਿੱਧਰ ਦੇਖਦਾ ਉਹ ਨਿਰੰਕਾਰ ਹੈ, ਕੋਈ ਵੱਖਰਾ ਨਜ਼ਰ ਨਹੀਂ ਆਉਂਦਾ। ਇਹ ਗੱਲ ਯਾਦ ਆਉਂਦੀ ਹੈ ਕਿ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਸੋ ਇਹੀ ਉਹ ਅਵਸਥਾ ਹੈ। ਔਰ ਇਸ ਇੰਨਾ ਵੱਡਾ ਖਜ਼ਾਨਾ ਕੁੱਲ ਮਨੁੱਖਤਾ ਨੂੰ ਬਖਸ਼ ਕੇ ਤੇ ਫਿਰ ਗੁਰੂ ਅਰਜਨ ਸਾਹਿਬ ਕਿਵੇਂ ਨਿਮਾਣੇ ਹੋ ਕੇ ਸ਼ਲੋਕ ਮਹੱਲਾ ਪੰਜਵਾਂ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ। ਕਿ ਮੈਂ ਤੇਰਾ ਕਿਵੇਂ ਜਾਣ ਸਕਦਾ, ਤੂੰ ਮੈਨੂੰ ਇਸ ਕਾਬਲ ਬਣਾਇਆ, ਮੈਨੂੰ ਜੋਗ ਕੀਤੋਈ, ਨਿਰਗੁਣ ਆਰੇ ਕੋ ਗੁਣ ਨਾਹੀ। ਕਿ ਮੈਂ ਤਾਂ ਗੁਣਾ ਤੋਂ ਸਖਣਾ, ਮੇਰੇ ਚ ਕੋਈ ਗੁਣ ਨਹੀਂ ਹੈ। ਆਪੇ ਤਰਸ ਪਿਓਈ, ਕਿ ਆਪੇ ਹੀ ਤੈਨੂੰ ਤਰਸ ਆਇਆ, ਮੇਰੇ ਤੇ ਤਰਸ ਪਿਆ, ਤੈਨੂੰ ਤਰਸ ਆਇਆ, ਮਿਹਰਾਮਤ ਹੋਈ, ਫਿਰ ਤੂੰ ਮਿਹਰ ਕੀਤੀ, ਤਰਸ ਖਾ ਕੇ ਮਿਹਰ ਕੀਤੀ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ। ਕਿ ਭਾਈ ਤਰਸ ਆਇਆ, ਮਿਹਰ ਹੋਈ, ਮੇਰਾ ਸੱਜਣ ਮੇਰਾ ਪਿਆਰਾ ਸਤਿਗੁਰੂ ਅਕਾਲ ਪੁਰਖ ਮੈਨੂੰ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਜਦੋਂ ਨਾਮ ਜੀਵਨ ਦੇ ਅੰਦਰ ਆਂਦਾ ਤੇ ਫਿਰ ਮਨ ਖਿੜਿਆ ਹਰਿਆ ਬਾਗ। ਮਨ ਵੀ ਮੌਲਦਾ ਤੇ ਤਨ ਵੀ ਮੌਲਦਾ। ਤਨ ਦੇ ਵਿੱਚ ਵੀ ਇੱਕ ਚਾਹ ਹੁੰਦਾ ਹੈ, ਨਾਨਕ ਭਗਤਾਂ ਸਦਾ ਵਿਗਾਸ। ਵਿਗਾਸ ਇੱਕ ਚਾਹ ਹੈ, ਖੇੜਾ ਹੈ, ਜਿਸ ਨੂੰ ਭਾਈ ਵੀਰ ਸਿੰਘ ਕਹਿੰਦੇ ਨੇ। ਜੀਵਨ ਦੇ ਅੰਦਰ ਇੱਕ ਖੇੜਾ ਹੁੰਦਾ, ਇੱਕ ਵਿਗਾਸ ਹੁੰਦਾ, ਸੁਣਿਆ ਦੁੱਖ ਪਾਪ ਕਾ ਨਾਸ। ਸੋ ਇੱਕ ਪਾਸੇ ਇਹ ਖਜ਼ਾਨਾ ਪੰਜਵੇਂ ਪਾਤਸ਼ਾਹ ਨੇ ਬਖਸ਼ਿਆ, ਦਸਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਇਸ ਦੇ ਵਿੱਚ ਸ਼ਾਮਲ ਕਰਕੇ ਦਮਦਮਾ ਸਾਹਿਬ ਦੇ ਮੁਕਾਮ ਤੇ ਇਸ ਨੂੰ ਮੁਕੰਮਲ, ਜਿਸ ਨੂੰ ਫਿਰ ਦਮਦਮੀ ਬੀੜ ਵੀ ਕਿਹਾ ਜਾਂਦਾ ਹੈ, ਸਥਾਪਿਤ ਕੀਤਾ। ਇਹ ਇੱਕ ਸਾਡੀ ਰਵਾਇਤ 'ਚ ਕਿਹਾ ਜਾਂਦਾ ਹੈ ਕਿ ਉਹ ਜਿਹੜੀ ਆਦ ਬੀੜ ਗੁਰੂ ਗ੍ਰੰਥ ਸਾਹਿਬ ਦੀ ਤਿਆਰ ਹੋਈ, ਉਹ ਧੀਰ ਮਲੀਆਂ ਦੇ ਕੋਲ ਚਲੀ ਗਈ, ਕਿਉਂਕਿ ਜਦੋਂ ਛੇਵੇਂ ਪਾਤਸ਼ਾਹ ਕੀਰਤਪੁਰ ਆਏ, ਹਰਮੰਦਰ ਸਾਹਿਬ ਦੇ ਅੰਦਰ ਪ੍ਰਿਥੀ ਚੰਦ ਦਾ ਮੁੰਡਾ ਮਿਹਰਬਾਨ ਫਿਰ ਹਰਜੀ ਰਹੇ। ਔਰ ਧੀਰ ਮਲੀਆਂ ਤੋਂ ਬੇਸ਼ੱਕ ਬਾਬਾ ਮੱਖਣ ਸ਼ਾਹ ਲੋਬਾਣਾ ਔਰ ਦੂਸਰੇ ਸਿੱਖ ਲਿਆਏ, ਜਦੋਂ ਕਿ ਉਹਨਾਂ ਦੇ ਮਸੰਦਾਂ ਨੇ ਬਾਬੇ ਬਕਾਲੇ ਗੁਰੂ ਸਾਹਿਬ ਤੇ ਹਮਲਾ ਕੀਤਾ। ਇੱਕ ਉਹਦੇ ਮਸੰਦ ਸ਼ੀਏ ਨੇ ਬੰਦੂਕ ਦੀ ਗੋਲੀ ਵੀ ਚਲਾਈ, ਗੁਰੂ ਤੇਗ ਬਹਾਦਰ ਸਾਹਿਬ ਦੇ ਕੰਨ ਦੇ ਕੋਲੋਂ ਦੀ ਨਿਕਲ ਗਈ। ਪਰ ਇਹ ਕਿਹਾ ਜਾਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਨਹੀਂ, ਜੋ ਸਾਡਾ ਮਾਲ ਲੈ ਗਏ ਸੀ ਲੁੱਟ ਕੇ, ਤੁਸੀਂ ਵਾਪਸ ਲੈ ਆਂਦਾ, ਉਹਨਾਂ ਨੂੰ ਦੇ ਦਿਓ। ਸੋ ਉਹ ਆਦ ਬੀੜ ਜਿਹੜੀ ਹੈ ਪ੍ਰਿਥੀ ਦੀ ਔਲਾਦ ਦੇ ਕੋਲ ਹੀ ਰਹੀ। ਔਰ ਅੱਜ ਵੀ ਜਿਹੜਾ ਜਲੰਧਰ ਦੇ ਨੇੜੇ ਕਰਤਾਰਪੁਰ ਹੈ, ਜਿੱਥੇ ਕਿ ਪ੍ਰਿਥੀ ਨਹੀਂ, ਜਿੱਥੇ ਕਿ ਧੀਰਮਲ ਦੀ ਔਲਾਦ ਹੈ, ਉਹਨਾਂ ਦੇ ਕੋਲ ਉਹ ਆਦ ਬੀੜ ਮੌਜੂਦ ਹੈ। ਔਰ ਦਮਦਮੀ ਬੀੜ ਦਾ ਓਰੀਜਨਲ ਜਿਹੜਾ ਪਾਰਟ ਹੈ, ਇਹ ਕਿਹਾ ਜਾਂਦਾ ਹੈ ਕਿ ਵੱਡੇ ਘੱਲੂਘਾਰੇ ਦੇ ਦੌਰਾਨ ਉਹ ਅਬਦਾਲੀ ਦੀਆਂ ਫੌਜਾਂ ਦੇ ਹੱਥ ਆਈ ਜਾਂ ਕੀ ਹੋਇਆ। ਪਰ ਕਿਉਂਕਿ ਉਦੋਂ ਇਹ ਸੀ ਕਿ ਬੇਸ਼ੱਕ ਇੱਕ ਮੂਲ ਬੀੜ ਤਿਆਰ ਹੋਈ, ਉਸ ਦੇ ਬਹੁਤ ਸਾਰੇ ਉਤਾਰੇ ਹੋ ਜਾਂਦੇ ਸਨ ਅੱਗੋਂ,
ਔਰ ਇਸ ਕਿਸਮ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਹੱਥ ਲਿਖਤ ਬੀੜਾਂ ਨੇ ਉਹ 4 ਚਫੇਰੇ ਪਹੁੰਚ ਗਈਆਂ ਜੀ ਔਰ ਉਹਨਾਂ ਦਾ ਵੀ ਇੱਕ ਵੱਡਾ ਹਿੱਸਾ ਜਿਹੜੀਆਂ ਇਤਿਹਾਸਕ ਬੀੜਾਂ ਸਨ ਗੁਰੂ ਰਾਮਦਾਸ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਉਹ ਜੂਨ 84 ਦੇ ਘੱਲੂਘਾਰੇ ਵੇਲੇ ਜਿੱਥੇ ਸਾਡਾ ਹੋਰ ਬਹੁਤ ਸਾਰਾ ਸਾਹਿਤ ਇਤਿਹਾਸ ਖਜ਼ਾਨਾ ਟੁੱਟ ਕੇ ਫੌਜ ਲਗਾਈ ਹੈ, ਉੱਥੇ ਬਹੁਤ ਸਾਰੀਆਂ ਹੱਥ ਲਿਖਤ ਬੀੜਾਂ ਉਹਨਾਂ ਦੀ ਗਿਣਤੀ 2200 ਦੇ ਕਰੀਬ ਮੈਂ ਸ਼ੁਰੂ ਦੇ ਵਿੱਚ ਦੇਖੀ। ਹੁਣ ਨੰਬਰ ਵੇਰੀ ਕਰਦਾ, ਹਰ ਕੋਈ ਆਪੋ ਆਪਣੀ ਰਿਸਰਚ ਕਰ ਰਿਹਾ, ਲੇਕਿਨ ਬਹੁਤ ਵੱਡਾ ਖਜ਼ਾਨਾ ਸਾਡਾ ਇਹ ਲੁੱਟ ਕੇ ਲੈ ਗਿਆ। ਸੋ ਇਹ ਸਾਡੇ ਲਈ ਇਹ ਸੈਲੀਬ੍ਰੇਸ਼ਨ ਵੀ ਹੈ ਔਰ ਬਾਬਾ ਬੁੱਢਾ ਜੀ। ਹੁਣ ਬਾਬਾ ਬੁੱਢਾ ਜੀ ਦਾ ਜ਼ਿਕਰ ਹੁੰਦਿਆਂ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੂੰ ਬੱਚੇ ਦੇ ਤੌਰ ਤੇ ਮਿਲਦੇ ਨੇ ਔਰ ਉਹ ਪਹਿਲਾ ਡਾਇਲੌਗ ਗੁਰੂ ਨਾਨਕ ਸਾਹਿਬ ਨਾਲ ਕਿ ਮੌਤ ਕੀ ਹੈ ਜਦੋਂ ਆਉਂਦੀ ਹੈ ਤੇ ਵੱਡੇ ਛੋਟੇ ਸਭ ਨੂੰ ਲੈ ਜਾਂਦੀ ਹੈ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੈ ਤਾਂ ਬੱਚਾ ਪਰ ਬੁੜਿਆਂ ਵਾਲੀਆਂ ਗੱਲਾਂ ਕਰਦੇ ਜੀ। ਔਰ ਵੈਸੇ ਇਹ ਵੀ ਕਿਹਾ ਜਾਂਦਾ ਉਹਨਾਂ ਦਾ ਨਾਮ ਬੂੜਾ ਸੀ ਤੇ ਫਿਰ ਬੁੱਢਾ ਜੀ ਹੋਏ, ਪਰ ਉਹਨਾਂ ਨੇ ਬੜੀ ਲੰਬੀ ਉਮਰ ਭੋਗੀ ਔਰ ਸਿਰਫ ਉਮਰ ਦੁਨਿਆਵੀ ਤੱਕ ਹੀ ਨਹੀਂ ਸੀ, ਜਿੰਨੀ ਖਿਦਮਤ ਜਿੰਨੀ ਸੇਵਾ 6 ਪਾਤਸ਼ਾਹੀਆਂ ਦੇ ਸਮੇਂ ਤੱਕ 6ਵੇਂ ਗੁਰੂ ਸਾਹਿਬਾਨ ਦੇ ਉਹਨਾਂ ਨੇ ਕੀਤੀ। ਉਹਨਾਂ ਨੇ ਗੁਰਗੱਦੀ ਦੀਆਂ ਰਸਮਾਂ ਵੀ ਨਿਭਾਈਆਂ, ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਬਣਾਉਣ ਤੋਂ ਲੈ ਕੇ 6ਵੇਂ ਪਾਤਸ਼ਾਹ ਨੂੰ ਗੁਰਗੱਦੀ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਾਉਣ ਤੱਕ ਜੀ। ਔਰ ਫਿਰ ਅਸੀਂ ਦੇਖਦੇ ਹਾਂ ਵੀ ਉਹਨਾਂ ਪ੍ਰਥਾਏ ਇਹ ਸਾਡੇ ਇਤਿਹਾਸ ਦੱਸਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਬਾਬਾ ਤੈਥੋਂ ਕਦੇ ਓਲੇ ਨਾ ਹੋਸਾਂ, ਕਿ ਮੈਂ ਕਦੇ ਵੀ ਤੇਰੇ ਤੋਂ ਦੂਰ ਨਹੀਂ ਜਾਵਾਂਗਾ। ਔਰ 6ਵੇਂ ਪਾਤਸ਼ਾਹ ਬੇਸ਼ੱਕ ਦੂਰ ਸਨ, ਉਦੋਂ ਉਹਨਾਂ ਕਿਹਾ ਸਿੱਖਾਂ ਨੂੰ ਕਿ ਬਾਬਾ ਪਿਆ ਯਾਦ ਕਰਦਾ ਹੈ। ਉਹਨਾਂ ਦਾ ਅੰਤਮ ਸਮਾਂ ਆ ਪਹੁੰਚਿਆ ਔਰ ਬਾਬਾ ਬੁੱਢਾ ਜੀ ਨੇ ਆਪਣਾ ਸੀਸ ਜਿਹੜਾ ਉਹ ਗੁਰੂ ਦੀ ਗੋਦ 'ਚ ਰੱਖਿਆ ਔਰ ਇਸ ਤਰ੍ਹਾਂ ਉਹਨਾਂ ਦੇ ਅੰਤਮ ਜਿਹੜੇ ਪਲ ਨੇ ਉਹ ਉਹਨਾਂ ਗੁਰੂ ਹਰਗੋਬਿੰਦ ਸਾਹਿਬ ਦੀ ਗੋਦ 'ਚ ਉਹਨਾਂ ਨੇ ਅੰਤਮ ਸਾਹ ਲਿਆ। ਹੁਣ ਇਹ ਇੱਕ ਜਦੋਂ ਅਸੀਂ ਸੇਵਾ ਦੀ ਮੂਰਤੀ ਦੇਖਦੇ ਔਰ ਉਹਨਾਂ ਨੂੰ ਉਹ ਵਡਿਆਈ ਗ੍ਰੰਥੀ ਦੇਣ ਦੀ, ਇਹ ਛੋਟੀ ਗੱਲ ਨਹੀਂ ਜੀ। ਔਰ ਇਹ ਇੱਕ ਆਦਰਸ਼ ਵੀ ਰੱਖ ਦਿੱਤਾ। ਹੁਣ ਇਹਦੇ 'ਚ ਅਸੀਂ ਮੀਰੀ ਪੀਰੀ ਦੇ ਕਨਸੈਪਟ ਦੀ ਗੱਲ ਵੀ ਦੇਖਦੇ। ਹੁਣ ਭਾਈ ਗੁਰਦਾਸ ਜਿਨ੍ਹਾਂ ਨੇ ਉਹ ਆਦ ਬੀੜ ਲਿਖੀ, ਜਿਨ੍ਹਾਂ ਦੀਆਂ ਵਾਰਾਂ ਜਿਨ੍ਹਾਂ ਦੇ ਕਵਿਤ ਅੱਜ ਵੀ ਅਸੀਂ ਕੋਟ ਕਰਦੇ ਹਾਂ ਔਰ ਗੁਰਬਾਣੀ ਦੇ ਨਾਲ ਰਾਗੀ ਸਿੰਘ ਗਾਇਨ ਕਰਦੇ ਨੇ, ਉਹ ਰੁਤਬਾ ਹਾਸਲ ਹੈ। ਹੁਣ ਦੇਖਣ ਵਾਲੇ ਨੂੰ ਲੱਗੇਗਾ ਕਿ ਬਈ ਭਾਈ ਗੁਰਦਾਸ ਜਿਨ੍ਹਾਂ ਨੇ ਲਿਖੀ, ਜਿਨ੍ਹਾਂ ਦੇ ਹੱਥੋਂ ਇੱਕ ਇੱਕ ਅੱਖਰ ਨਿਕਲਿਆ, ਉਹ ਕਿਉਂ ਨਾ ਗ੍ਰੰਥੀ ਹੋਏ ਪਹਿਲੇ। ਹੁਣ ਅਸੀਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਵੱਲ ਦੇਖਦੇ ਤੇ ਫੇਰ ਹੈ ਕਿ 5 ਪਿਆਲੇ 5 ਪੀਰ, ਇਹ ਭਾਈ ਗੁਰਦਾਸ ਲਿਖ ਰਹੇ ਨੇ, 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਹੁਣ ਇਹ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਭਾਈ ਗੁਰਦਾਸ ਅਕਾਲ ਤਖਤ ਸਾਹਿਬ ਦੇ ਪਹਿਲੇ ਸੇਵਾਦਾਰ ਬਣਦੇ ਨੇ, ਜੇ ਉਹ ਗ੍ਰੰਥੀ ਬਣਦੇ ਨੇ, ਜੇ ਸ਼ਬਦ 20ਵੀਂ ਸਦੀ 'ਚ ਜਥੇਦਾਰ ਸ਼ੁਰੂ ਹੋਇਆ ਤੇ ਉਹ ਭਾਈ ਗੁਰਦਾਸ ਜੀ ਨੂੰ ਮਾਣ ਹੈ। ਹੁਣ ਭਾਈ ਗੁਰਦਾਸ ਧਾਰਮਿਕ ਤੌਰ ਦੇ ਉੱਤੇ ਕਿਸ ਹੱਦ ਤੱਕ ਪਹੁੰਚੇ ਹੋਏ ਨੇ, ਉਹਨਾਂ ਦੀ ਸਾਹਿਤ ਕਲਾ ਬਾਣੀ ਦੀ, ਤੇ ਉਹ ਮੀਰੀ ਦਾ ਲੈਸਨ ਦੇ ਰਹੇ ਨੇ। ਦਲ ਭੰਜਨ ਗੁਰੂ ਸੂਰਮਾ ਔਰ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਬਣਦੇ ਨੇ। ਬਾਬਾ ਬੁੱਢਾ ਜੀ ਨੇ ਕੋਈ ਬਾਣੀ ਨਹੀਂ ਰਚੀ, ਕੋਈ ਉਹਨਾਂ ਦੀ ਲਿਖਤ ਜਿਹੜੀ ਹੈ ਸਾਡੇ ਸਾਹਮਣੇ ਨਹੀਂ ਹੈ। ਹਾਂ, ਇਹ ਸਾਡੀ ਰਵਾਇਤ ਦੱਸਦੀ ਹੈ ਕਿ ਬਾਬਾ ਬੁੱਢਾ ਜੀ ਨੇ 6ਵੇਂ ਪਾਤਸ਼ਾਹ ਨੂੰ ਸ਼ਸਤਰ ਵਿਦਿਆ ਦਿੱਤੀ ਹੈ। ਸੋ ਬਾਬਾ ਬੁੱਢਾ ਸਿਰਫ ਕੋਈ ਬਾਬਾ ਨਹੀਂ ਹੈ ਕਿ ਜਿਹੜਾ ਉਹ ਗੰਡਾ ਭੰਨ ਰਹੇ ਨੇ ਜਾਂ ਲੱਸੀ ਪੀ ਰਹੇ ਨੇ ਜਾਂ ਉਹ ਖੇਤਾਂ ਦੇ ਵਿੱਚ ਸੇਵਾ ਕਰ ਰਹੇ ਨੇ। ਬਾਬਾ ਜਥੇਦਾਰ ਵੀ ਹੈ ਔਰ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਸਤਰਾਂ ਦੀ ਜਿਹੜੀ ਟ੍ਰੇਨਿੰਗ ਆ ਉਹ ਬਾਬਾ ਬੁੱਢਾ ਕਰਦੇ ਨੇ। ਔਰ ਇਧਰ ਜਦੋਂ ਅਕਾਲ ਤਖਤ ਦੀ ਸਿਰਜਣਾ ਹੁੰਦੀ ਹੈ ਔਰ ਇਹ ਮੀਰੀ ਪੀਰੀ ਦਾ ਸੁਮੇਲ ਹੈ, ਕਿਨਹੀ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਹੁਣ ਉਹ ਅਕਾਲ ਤਖਤ ਸਾਹਿਬ ਦਾ ਨੀਂਹ ਪੱਥਰ ਗੁਰੂ ਹਰਗੋਬਿੰਦ ਸਾਹਿਬ ਰੱਖਦੇ ਨੇ, ਗਾਰਾ ਭਾਈ ਗੁਰਦਾਸ ਤਿਆਰ ਕਰਦੇ ਨੇ, ਇੱਟਾਂ ਬਾਬਾ ਬੁੱਢਾ ਜੀ ਫੜਾਉਂਦੇ ਨੇ। ਹੁਣ ਇਹ ਮੀਰੀ ਪੀਰੀ ਦਾ ਸੁਮੇਲ ਹੈ। ਸ਼ਸਤਰ ਵਿਦਿਆ ਦੇਣ ਵਾਲੇ ਬਾਬਾ ਬੁੱਢਾ ਜੀ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਨੇ ਔਰ ਕਵਿਤ ਵਾਰਾਂ ਗੁਰੂ ਗ੍ਰੰਥ ਸਾਹਿਬ ਦੀ ਆਦ ਬੀੜ ਲਿਖਣ ਵਾਲੇ ਭਾਈ ਗੁਰਦਾਸ ਜੀ ਅਕਾਲ ਤਖਤ ਦੇ ਪਹਿਲੇ ਜਥੇਦਾਰ ਨੇ। ਸੋ ਇਹ ਹੈ ਮੀਰੀ ਪੀਰੀ ਕੋਈ ਸੈਪਰੇਟ ਨਹੀਂ ਕਰ ਸਕਦਾ ਜਾਂ ਕੋਈ ਇਹ ਕਹੇ ਜਿਵੇਂ ਮੈਂ ਤਾਂ ਸਿਰਫ
ਪੀਰੀ ਕਮਾਣੀ ਹੈ, ਮੇਰੇ ਕੋਲ ਮੀਰੀ ਦਾ ਨਹੀਂ ਹੈ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਕਿ ਅੱਜ ਦਾ ਦਿਨ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ ਜੀ, ਉੱਥੇ ਅਸੀਂ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ, ਔਰ ਜਿਹੜੇ ਕਿ ਅੱਜ ਜਦੋਂ ਅਸੀਂ ਧਾਰਮਿਕ ਤੌਰ ਤੇ ਡਿਕਲਾਈਨ ਦੇਖਦੇ ਹਾਂ, ਬਹੁਤ ਸਾਰੀਆਂ ਕਮਜ਼ੋਰੀਆਂ ਸਾਡੀ ਪ੍ਰਚਾਰਕ ਸ਼੍ਰੇਣੀ 'ਚ ਨੇ, ਜੀ, ਤਾਂ ਫਿਰ ਦੇਖਣ ਵਾਲੀ ਗੱਲ ਇਹ ਹੈ ਕਿ ਅਲਟੀਮੇਟਲੀ ਬਾਬੇ ਬੁੱਢੇ ਦਾ ਕਿਰਦਾਰ ਹੈ ਕਿ ਸਭ ਕੁਝ ਜਿਵੇਂ ਉਹਨਾਂ ਨੇ ਆਪਣਾ ਸਾਰਾ ਜੀਵਨ ਔਰ ਅੱਗੋਂ ਉਹਨਾਂ ਦਾ ਪਰਿਵਾਰ ਵੀ, ਉਹਨਾਂ ਦਾ ਜਦੋਂ ਅਸੀਂ ਦੇਖਦੇ ਹਾਂ ਕਿ ਉਸ ਤੋਂ ਬਾਅਦ ਉਹਨਾਂ ਦੀ ਭਾਈ ਰਾਮ ਕੌਰ ਸਿੰਘ ਉਹਨਾਂ ਦੇ ਪਰਿਵਾਰ ਚੋਂ 10ਵੇਂ ਪਾਤਸ਼ਾਹ ਦੇ ਵੇਲੇ ਹੋਏ, ਜਿਨ੍ਹਾਂ ਦੇ ਨਾਲ 100 ਸਾਖੀ ਦਾ ਕਨਸੈਪਟ ਜੁੜਦੇ। ਸੋ ਅੱਜ ਦਾ ਦਿਨ ਅਸੀਂ ਜਿੱਥੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਕਰਦੇ ਹਾਂ, ਉੱਥੇ ਬਾਬਾ ਬੁੱਢਾ ਜੀ ਨੂੰ ਵੀ ਯਾਦ ਕਰਦੇ ਹਾਂ ਔਰ ਇਹ ਆਸ ਕਰਦੇ ਹਾਂ, ਆਪਣੇ ਆਪ ਨੂੰ ਵੀ ਸਾਡਾ ਕਹਿਣਾ ਕਾਸ਼ ਸਾਡੇ 'ਚ ਬਾਬੇ ਬੁੱਢੇ ਵਾਲਾ ਵਿਸ਼ਵਾਸ ਹੋਏ, ਸਾਡੇ 'ਚ ਉਸ ਕਿਸਮ ਦੀ ਸਿੱਖੀ ਕਮਾਣ ਦੀ ਚਾਹਨਾ ਹੋਏ, ਉਸ ਕਿਸਮ ਦੀ ਨਿਮਰਤਾ ਹੋਏ ਔਰ ਉਸ ਕਿਸਮ ਦਾ ਗੁਰੂ ਦੇ ਨਾਲ ਅਟੁੱਟ ਪਿਆਰ ਹੋਏ। ਸੋ ਇਹ ਅੱਜ ਦੀ ਸ਼ੁਰੂਆਤੀ ਗੱਲ ਹੈ ਜੀ। ਡਾਕਟਰ ਸਾਹਿਬ ਲੈਣਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।